बिस्मिल्लाहिर्रहमानिर्रहीम अस्सलामुअलैकुम। मैं हाँ डॉक्टर अब्बास खान सिल्ला और तुसां वेखदे पए ने पाकिस्तान विलेज लाइफ यूट्यूब चैनल ते नाल ही फेसबुक पेज अब्बास सिल्ला ऑफिशियल। उम्मीद करदा सारे दोस्त ठीक ठाक होसन। एक नवी वीडियो लैते आए हैं दोस्तां वास्ते ते एक नवी बीमारी दे बारे आपां डिस्कस करने जिहड़ी कि बड़ी मशहूर बीमारी है, पित्ते दी बीमारी या आंदरां दा ਜ਼ਹਿਰ, अंतड़ियां दा ਜ਼ਹਿਰ ਜਿਹੜਾ ਕਿ ਭੇਡਾਂ ਤੇ ਬੱਕਰੀਆਂ ਨੂੰ ਮੁਤਾਸਰ ਕਰਦਾ ਹੈ। ਅੱਜ ਆਪਾਂ ਗੱਲ ਕਰਨੀ ਇਸ ਬਿਮਾਰੀ ਦੇ ਬਾਰੇ, ਇਹਦੀ ਵੈਕਸੀਨ ਦੇ ਬਾਰੇ। ਜ਼ਿਮੀਦਾਰ ਭਰਾਓ, ਇਹ ਬਿਮਾਰੀ ਬੜੀ ਖਤਰਨਾਕ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਨੇ ਵੀ ਪਿੱਤੇ ਦੀ ਬਿਮਾਰੀ ਜਿਹੜੀ ਹੈ ਇਹਦੇ 'ਚ ਜਾਨਵਰ ਦੀ ਅਚਾਨਕ ਮੌਤ ਹੋ ਜਾਂਦੀ ਹੈ। ਇਹ ਬੜੀ ਇੱਕ ਖਤਰਨਾਕ ਬਿਮਾਰੀ ਹੈ ਤੇ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਹੈ। ਦੋਸਤੋ, ਅੰਤੜੀਆਂ ਦਾ ਜ਼ਹਿਰ ਜਿਹੜਾ ਹੈ ਇੰਟੈਰੋਟਾਕਸੀਮੀਆ ਇਸ ਬਿਮਾਰੀ ਨੂੰ ਆਖਦੇ ਨੇ। ਇਹ ਇੱਕ ਸੰਗੀਨ ਬਿਮਾਰੀ ਹੈ ਜਿਹੜੀ ਕਲੋਸਟ੍ਰੀਡੀਅਮ ਪਰਫਿੰਜਸ ਬੈਕਟੀਰੀਆ ਦੀ ਵਜ੍ਹਾ ਤੋਂ ਹੁੰਦੀ ਹੈ। ਇਹ ਬਿਮਾਰੀ ਜ਼ਿਆਦਾਤਰ ਨੌਜਵਾਨ ਜਾਨਵਰ ਜਿਹੜੇ ਨੇ ਜਾਂ ਛੋਟੇ ਬੱਚਿਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਇਹ ਘਣਾ ਮੁਤਾਸਰ ਕਰਦੀ ਹੈ। ਅੱਛਾ, ਇਹ ਬੜੀ ਤੇਜ਼ੀ ਨਾਲ ਫੈਲਦੀ ਹੈ ਜਨਾਬ, ਅਤੇ ਇਹ ਬਿਮਾਰੀ ਆਮ ਤੌਰ 'ਤੇ ਅਚਾਨਕ ਜਿਹੜੀ ਮੌਤ ਹੁੰਦੀ ਹੈ, ਝਟਕਾ ਲੱਗਦਾ ਅਤੇ ਜਾਨਵਰ ਲੱਗਾ ਜਾਂਦਾ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਸ ਬਿਮਾਰੀ ਦੀਆਂ ਅਲਾਮਤਾਂ ਦੇ ਬਾਰੇ। ਸਭ ਤੋਂ ਪਹਿਲੇ ਨੰਬਰ 'ਤੇ ਕਿ ਜਾਨਵਰਾਂ ਨੂੰ ਬੜਾ ਤੇਜ਼ ਬੁਖਾਰ ਹੋ ਜਾਂਦਾ ਹੈ, 105-6 ਤੱਕ ਬੁਖਾਰ ਚਲਾ ਜਾਂਦਾ। ਮੁਤਾਸਰਾ ਜਿਹੜੇ ਜਾਨਵਰ ਹੁੰਦੇ ਨੇ ਜਨਾਬ, ਉਹਨਾਂ ਨੂੰ ਪੇਚਸ ਲੱਗ ਜਾਂਦੇ ਨੇ, ਦਸਤ ਲੱਗ ਜਾਂਦੇ ਨੇ, ਡਾਇਰੀਆ ਲੱਗ ਜਾਂਦਾ ਹੈ, ਜਾਨਵਰ ਬਿਲਕੁਲ ਸੁਸਤ ਹੋ ਜਾਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ। ਜਾਨਵਰ ਟੁਰਨ ਫਿਰਨ ਤੋਂ ਬਿਲਕੁਲ ਰਹਿ ਜਾਂਦਾ ਹੈ, ਬਹਿ ਜਾਂਦਾ ਹੈ ਅਤੇ ਕਈ ਜਾਨਵਰ ਡਿੱਗ ਜਾਂਦੇ ਨੇ, ਲੰਬੇ ਪੈ ਜਾਂਦੇ ਨੇ। ਲੇਕਿਨ ਅਕਸਰ ਜਾਨਵਰਾਂ ਨੂੰ ਸਭ ਤੋਂ ਪਹਿਲੇ ਡਾਇਰੀਆ ਲੱਗਦਾ ਹੈ ਅਤੇ ਬਾਜ਼ ਔਕਾਤ ਤਾਂ ਇਸ ਡਾਇਰੀਏ ਦੇ ਵਿੱਚ, ਇਹਨਾਂ ਮੋਸ਼ਨਾਂ ਦੇ ਵਿੱਚ ਖੂਨ ਆਉਣ ਲੱਗ ਜਾਂਦਾ ਹੈ ਜੀ। ਹੁਣ ਆਪਾਂ ਇਸ ਦੀ ਵਜ੍ਹਾ ਲੱਭਣੇ ਵੀ ਇਹ ਬਿਮਾਰੀ ਕਿਉਂ ਹੁੰਦੀ ਹੈ। ਜਿਵੇਂ ਕਿ ਮੈਂ ਪਹਿਲੇ ਦੱਸਿਆ ਵੀ ਇਹ ਬਿਮਾਰੀ ਇੱਕ ਬੈਕਟੀਰੀਆ ਦੀ ਵਜ੍ਹਾ ਤੋਂ ਹੁੰਦੀ ਹੈ। ਅਗਰ ਆਪਾਂ ਅਚਾਨਕ ਖੁਰਾਕ ਦੀ ਤਬਦੀਲੀ ਕਰ ਦੇਵੀਏ, ਪੱਠਾ ਚਾਰਾ ਬਦਲ ਦੇਵੀਏ, ਜਿਵੇਂ ਕਿ ਅਚਾਨਕ ਆਪਾਂ ਕਣਕ ਸ਼ੁਰੂ ਕਰ ਦੇਵੀਏ, ਗੰਦਮ ਪਾ ਦੇਵੀਏ, ਤਾਂ ਉਸ ਦੀ ਵਜ੍ਹਾ ਤੋਂ ਵੀ ਇਸ ਬਿਮਾਰੀ ਦਾ ਅਟੈਕ ਹੋ ਜਾਂਦਾ। ਅਗਰ ਆਪਾਂ ਯਕਦਮ ਜ਼ਿਆਦਾ ਚਾਰਾ ਇਹਨਾਂ ਨੂੰ ਸ਼ੁਰੂ ਕਰ ਦੇਵੀਏ ਜਾਂ ਯਕਦਮ ਖੁਰਾਕ ਦੇ ਵਿੱਚ ਤਬਦੀਲੀ ਕਰ ਦੇਵੀਏ, ਪੱਠੇ ਬਦਲ ਦੇਵੀਏ, ਤਾਂ ਉਸ ਦੀ ਵਜ੍ਹਾ ਤੋਂ ਵੀ ਜਾਨਵਰਾਂ ਨੂੰ ਇਹ ਬਿਮਾਰੀ। ਦੂਸਰੀ ਵਜ੍ਹਾ, ਜਿਹੜੇ ਜਾਨਵਰ ਕਮਜ਼ੋਰ ਹੁੰਦੇ ਨੇ ਜਨਾਬ, ਉਹਨਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਅਸਰ ਕਰਦੀ, ਕਿਉਂਕਿ ਉਹਨਾਂ ਦਾ ਕੂਵਤ ਮੁਦਾਫਤ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਹੈ। ਗ਼ਜ਼ਾ ਦੇ ਵਿੱਚ ਅਗਰ ਜ਼ਿਆਦਾ ਕਮੀ ਕਰ ਦਿੱਤੀ ਜਾਵੇ ਤਾਂ ਵੀ ਜਾਨਵਰਾਂ 'ਤੇ ਬਿਮਾਰੀਆਂ ਅਟੈਕ ਕਰਦੀਆਂ ਨੇ, ਜਿਵੇਂ ਕਿ ਵਿਟਾਮਿਨ ਜਾਂ ਮਦਨੀਆਤ ਦੀ ਕਮੀ, ਇਸ ਦੀ ਵਜ੍ਹਾ ਨਾਲ ਵੀ ਇਹ ਬਿਮਾਰੀ ਹੋ ਸਕਦੀ ਹੈ। ਇਹ ਬਿਮਾਰੀ ਕਿਉਂਕਿ ਅਚਾਨਕ ਹਮਲਾ। ਹੁਣ ਆਪਾਂ ਕਰਦੇ ਹਾਂ ਇਸ ਦੇ ਇਲਾਜ ਦੇ ਬਾਰੇ ਗੱਲਬਾਤ। ਜਿਸਲੇ ਇਹ ਬਿਮਾਰੀ ਆ ਜਾਂਦੀ ਹੈ ਉਸ ਟਾਈਮ ਇਹਦਾ ਇਲਾਜ ਜਿਹੜਾ ਹੈ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਬੜੀ ਸਪੀਡ ਦਾ ਕੰਮ ਹੁੰਦਾ ਹੈ ਜੀ। ਬਹਰਹਾਲ ਜਿਤਨੀ ਵੀ ਸਪੀਡ ਮਾਰ ਲਵੀਏ, ਜਾਨਵਰਾਂ ਦੀ ਮੋਰਟੈਲਿਟੀ ਹੋ ਜਾਂਦੀ ਹੈ, ਕੁਝ ਨਾ ਕੁਝ ਜਾਨਵਰਾਂ ਦੀ ਮੌਤ ਵਾਕਈ ਹੋ ਜਾਂਦੀ ਹੈ। ਇਸ ਦੇ ਵਿੱਚ ਜਨਾਬ ਤੁਸੀਂ ਆਪਣੇ ਜਾਨਵਰਾਂ ਨੂੰ ਐਂਟੀਬਾਇਓਟਿਕ ਇਸਤੇਮਾਲ ਕਰਨਾ ਹੈ ਅਤੇ ਨਾਲ ਬੁਖਾਰ ਨੂੰ ਡਾਊਨ ਕਰਨ ਵਾਸਤੇ ਵੀ ਦਵਾਈ ਇਸਤੇਮਾਲ ਕਰਨੀ। ਐਂਟੀਬਾਇਓਟਿਕ ਇਹਦੇ ਵਿੱਚ ਜਿਹੜਾ ਡਰੱਗ ਆਫ ਚੋਇਸ ਹੈ ਸਭ ਤੋਂ ਬਿਹਤਰੀਨ ਹੈ, ਉਹ ਹੈ ਜੀ ਐਕਸੀਫਰ ਜਾਂ ਸਿਫਰ। ਐਂਟੀਬਾਇਓਟਿਕ ਦੀ ਡੋਜ਼ ਸੁਬਾਹ ਅਤੇ ਸ਼ਾਮ ਲੱਗਣੀ ਹੈ। ਉਸ ਦੇ ਨਾਲ ਹੀ ਬੁਖਾਰ ਨੂੰ ਕਮ ਕਰਨ ਵਾਸਤੇ ਤੁਸੀਂ ਕੀਟੋਪਰੋਫਨ, ਫਲੂਨੈਕਜ਼ਨ ਮੈਗਲੋਮਿਨ, ਕੀਟੋਜੈਕਟ ਇੰਜੈਕਸ਼ਨ ਜਾਂ ਮਿਲੋਕਸੀਕੇਮ ਦਾ ਟੀਕਾ ਉਹ ਇਸਤੇਮਾਲ ਕਰਨਾ ਹੈ। ਸੁਬਾਹ ਅਤੇ ਸ਼ਾਮ ਅਗਰ ਇਹਨਾਂ ਦਾ ਬੁਖਾਰ ਚੈੱਕ ਕਰਕੇ ਇਹਨਾਂ ਨੂੰ ਇੰਜੈਕਸ਼ਨ ਕੀਤੇ ਜਾਵਣ ਤਾਂ ਆਪਾਂ ਕੰਟਰੋਲ ਕਰ ਸਕਦੇ ਹਾਂ। ਇਸ ਬਿਮਾਰੀ ਤੋਂ ਬਚਣ ਵਾਸਤੇ ਸਭ ਤੋਂ ਬਿਹਤਰੀਨ ਹੱਲ ਤਾਂ ਇਹ ਕਿ ਇਹਨਾਂ ਜਾਨਵਰਾਂ ਦੀ ਵੈਕਸੀਨ ਕੀਤੀ ਜਾਵੇ ਪ੍ਰੋਪਰ ਤਰੀਕੇ ਨਾਲ। ਹਰ 6 ਮਹੀਨੇ ਤੋਂ ਬਾਅਦ ਇਹਨਾਂ ਨੂੰ ਵੈਕਸੀਨ ਲੱਗੇ। ਬਾਜ਼ ਔਕਾਤ ਜਿਸ ਟਾਈਮ ਗੌਰਮੈਂਟ ਦੀਆਂ ਟੀਮਾਂ ਜਾਂ ਹਸਪਤਾਲ ਦਾ ਅਮਲਾ ਫਾਰਮਾਂ 'ਤੇ ਵੈਕਸੀਨ ਕਰਨ ਵਾਸਤੇ ਪਹੁੰਚਦਾ ਹੈ ਅਤੇ ਅੱਗੋਂ ਜਿਹੜਾ ਮਾਲਿਕ ਹੁੰਦਾ ਹੈ ਉਹ ਇਤਰਾਜ਼ ਕਰਦਾ ਹੈ ਕਿ ਜੀ ਮੈਂ ਵੈਕਸੀਨ ਨਹੀਂ ਲਵਾਉਣੀ, ਮੇਰੇ ਜਾਨਵਰ ਹਮਲਾ ਹਨ ਅਤੇ ਉਹਨਾਂ ਦੇ ਨਾਲ ਹਮਲ ਜ਼ਾਇਆ ਹੋ ਜਾਸੀ। ਲੇਕਿਨ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ, ਹਮਲ ਜ਼ਾਇਆ ਨਹੀਂ ਹੁੰਦਾ। ਹਾਂ, ਕਿਸੇ ਹੋਰ ਵਜ੍ਹਾ ਤੋਂ ਹੋ ਸਕਦਾ ਹੈ, ਜਾਨਵਰ ਸਟਰੈਸ ਲੈ ਸਕਦਾ ਹੈ, ਦਬਾਅ ਦਾ ਸ਼ਿਕਾਰ ਹੋ ਸਕਦਾ ਹੈ, ਉਸ ਦੀ ਵਜ੍ਹਾ ਤੋਂ ਹਮਲ ਜ਼ਾਇਆ ਹੋ ਸਕਦਾ, ਲੇਕਿਨ ਵੈਕਸੀਨ ਦੇ ਨਾਲ ਨਹੀਂ ਹੁੰਦਾ। ਜਿਸ ਲਈ ਵੀ ਤੁਹਾਡੇ ਕੋਲੋਂ ਮਹਿਕਮੇ ਦੇ ਬੰਦੇ ਆਉਂਦੇ ਨੇ, ਡਾਕਟਰ ਹਜ਼ਰਾਤ ਆਉਂਦੇ ਨੇ, ਤਾਂ ਉਹਨਾਂ ਕੋਲ ਵੈਕਸੀਨ ਲਾਜ਼ਮੀ ਕਰਵਾਇਆ ਕਰੋ। ਵੈਕਸੀਨ ਜਿਹੜੀ ਹੈ ਜਨਾਬ, ਇਹ ਤੁਹਾਡੇ ਜਾਨਵਰ ਦੇ ਜਿਸਮ ਦੇ ਅੰਦਰ ਐਂਟੀਬਾਡੀਜ਼ ਬਣਾਉਂਦੀ ਹੈ, ਜਿਹੜੀ ਕਿ ਇਸ ਬਿਮਾਰੀ ਦੇ ਖਿਲਾਫ ਲੜਨ ਵਾਸਤੇ ਜਿਸਮ ਨੂੰ ਤਿਆਰ ਕਰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਵੈਕਸੀਨ ਕਰਨੀ ਕਿਵੇਂ ਅਤੇ ਇਹਦਾ ਤਰੀਕਾਕਾਰ ਕੀ ਹੈ, ਇਹਦੀ ਖੁਰਾਕ ਕਿਤਨੀ ਹੈ। ਨਾਲ ਇਹ ਵੀ ਆਪਾਂ ਜ਼ਿਕਰ ਕਰਨਾ ਹੈ ਕਿ ਇਹ ਵੈਕਸੀਨ ਕਿਸ ਉਮਰ ਦੇ ਵਿੱਚ ਲੱਗਦੀ ਹੈ। ਪਹਿਲੀ ਵੈਕਸੀਨ ਜਿਹੜੀ ਹੈ ਜਿਸਲੇ ਜਾਨਵਰ ਦੀ ਉਮਰ ਹੋ ਜਾਂਦੀ ਹੈ 4 ਹਫ਼ਤੇ, ਉਸ ਟਾਈਮ ਇਹ ਲੱਗਦੀ ਹੈ ਜੀ। ਪਹਿਲੀ ਖੁਰਾਕ ਲੱਗਣ ਤੋਂ ਬਾਅਦ
4 ਤੋਂ 3 ਹਫ਼ਤਿਆਂ ਤੋਂ ਬਾਅਦ ਜਿਹੜੀ ਹੈ ਜੀ ਇਹ ਦੂਜੀ ਖੁਰਾਕ ਜਿਹੜੀ ਬੂਸਟਰ ਖੁਰਾਕ ਹੈ ਉਹ ਲੱਗਦੀ ਹੈ। ਇੱਕ ਹੋਰ ਗੱਲ ਦੱਸਦਾ ਚੱਲਾਂ ਕਿ ਜਿਸ ਟਾਈਮ ਵੀ ਤੁਸੀਂ ਆਪਣੇ ਜਾਨਵਰਾਂ ਨੂੰ ਕੋਈ ਵੈਕਸੀਨ ਜਾਂ ਹਿਫਾਜ਼ਤੀ ਟੀਕੇ ਲਵਾਉਂਦੇ ਨੇ ਤੇ ਉਹਦਾ ਰਿਕਾਰਡ ਲਾਜ਼ਮੀ ਰੱਖਿਆ ਕਰੋ ਕਿ ਫਲਾਂ ਤਾਰੀਖ ਨੂੰ ਫਲਾਂ ਬਿਮਾਰੀ ਦੀ ਵੈਕਸੀਨ ਅਸਾਂ ਕਰ ਚੁੱਕੇ ਹਾਂ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਦੂਸਰੀ ਡੋਜ਼ ਜਿਹੜੀ ਹੈ ਉਹ ਅਸਾਂ ਕਦਣ ਲਾਉਣੀ ਹੈ। ਜਿਸ ਟਾਈਮ ਇਹ ਖੁਰਾਕ ਲੱਗ ਜਾਂਦੀ ਤੇ ਉਸ ਤੋਂ ਬਾਅਦ ਜਿਹੜੀ ਬੂਸਟਰ ਡੋਜ਼ ਹੈ ਉਹ ਵੀ ਕਰ ਦੇਣੀ ਚਾਹੀਦੀ ਹੈ। ਬੂਸਟਰ ਡੋਜ਼ ਦਾ ਜਿਹੜਾ ਫ਼ਾਇਦਾ ਹੁੰਦਾ ਹੈ ਉਹ ਜਾਨਵਰਾਂ ਦੇ ਵਿੱਚ ਜ਼ਿਆਦਾ ਦੇਰ ਤੱਕ ਕੂਵਤ ਮੁਦਾਫਿਅਤ ਰੱਖਦਾ ਹੈ ਤੇ ਲਿਹਾਜ਼ਾ ਦੂਸਰੀ ਡੋਜ਼ ਵੀ ਲਾਜ਼ਮੀ ਕਰਵਾ ਲਿਆ ਕਰੋ। ਹੁਣ ਆਪਾਂ ਗੱਲ ਕਰਦੇ ਹਾਂ ਵੀ ਵੈਕਸੀਨ ਕਰਨ ਦਾ ਅਸਰ ਕੀ ਹੁੰਦਾ ਹੈ ਤੇ ਉਹਦੀਆਂ ਇਹਤਿਆਤੀ ਤਦਾਬੀਰ ਕੀ ਹੁੰਦੀਆਂ ਨੇ। ਵੈਕਸੀਨਾਂ ਜਿਹੜੀਆਂ ਨੇ ਉਹ ਆਮ ਤੌਰ 'ਤੇ ਮਹਿਫੂਜ਼ ਹੁੰਦੀਆਂ ਨੇ, ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਲੇਕਿਨ ਬਾਜ਼ ਔਕਾਤ ਕੁਝ ਨਾ ਕੁਝ ਅਸਰਾਤ ਜਿਹੜੇ ਨੇ ਉਹ ਜ਼ਾਹਿਰ ਹੋ ਜਾਂਦੇ ਨੇ। ਜਿਵੇਂ ਕਿ ਜਿਹੜੀ ਜਗ੍ਹਾ 'ਤੇ ਟੀਕਾ ਲੱਗਦਾ ਹੈ ਉਸ ਜਗ੍ਹਾ 'ਤੇ ਸੋਜ਼ਸ਼ ਹੋ ਜਾਂਦੀ ਹੈ ਜਾਂ ਲਾਲਗੀ ਆ ਜਾਂਦੀ ਹੈ। ਇਹ ਟੀਕਾ ਲੱਗਣ ਤੋਂ ਬਾਅਦ ਸ਼ਾਜ਼ੋ ਨਾਦਰ ਇਹ ਕੇਸ ਵੀ ਵੇਖੇ ਜਾਂਦੇ ਨੇ। ਬਾਜ਼ ਔਕਾਤ ਵੈਕਸੀਨ ਲੱਗਣ ਨਾਲ ਜਾਨਵਰ ਨੂੰ ਹਲਕਾ ਬੁਖਾਰ ਵੀ ਆ ਜਾਂਦਾ ਹੈ, ਜਿਹੜਾ ਕੁਝ ਦਿਨਾਂ ਤੋਂ ਬਾਅਦ ਆਪੇ ਖ਼ਤਮ ਹੋ ਜਾਂਦਾ ਹੈ, ਜਾਂ ਉਹਦੇ ਵਾਸਤੇ ਤੁਸੀਂ ਬਰੂਫਨ ਦਾ ਸਿਰਪ ਵੀ ਦੇ ਸਕਦੇ ਨੇ। ਜਿਸ ਟਾਈਮ ਤੁਹਾਡੇ ਜਾਨਵਰਾਂ ਨੂੰ ਵੈਕਸੀਨ ਹੋ ਜਾਂਦੀ ਹੈ ਜਾਂ ਡਾਕਟਰ ਟੀਕੇ ਲਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਤੁਸੀਂ ਆਪਦੇ ਜਾਨਵਰਾਂ ਦੀ ਨਿਗਰਾਨੀ ਕਰਨੀ ਹੁੰਦੀ ਹੈ। ਅਗਰ ਤੁਹਾਨੂੰ ਕੋਈ ਤਬਦੀਲੀ ਨਜ਼ਰ ਆਉਂਦੀ ਹੈ ਜਾਂ ਬਾਜ਼ ਔਕਾਤ ਕੋਈ ਜਾਨਵਰ ਢਿੱਲਾ ਮਹਿਸੂਸ ਹੁੰਦਾ ਹੈ, ਬਹਿ ਜਾਂਦਾ ਹੈ ਜਾਂ ਉਸ ਨੂੰ ਬੁਖਾਰ ਹੁੰਦਾ ਹੈ ਤਾਂ ਇਹ ਤੁਸੀਂ ਜ਼ਰੂਰ ਨੋਟ ਕੀਤਾ ਕਰੋ ਤੇ ਆਪਣੇ ਡਾਕਟਰ ਨਾਲ ਰਾਬਤਾ ਕੀਤਾ ਕਰੋ। ਜਿਹੜੀਆਂ ਵੀ ਅਲਾਮਤਾਂ ਜ਼ਾਹਿਰ ਹੁੰਦੀਆਂ ਨੇ ਉਹ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕੀਤਾ ਕਰੋ ਤਾਂ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਜੋ ਵੀ ਮਾਲੂਮਾਤ ਮਿਲੇ ਉਹਦੇ ਮੁਤਾਬਿਕ ਫਿਰ ਤੁਸੀਂ ਆਪਣੇ ਜਾਨਵਰਾਂ ਦੀ ਕੇਅਰ ਕਰਨੀ ਹੁੰਦੀ ਹੈ। ਅੰਤੜੀਆਂ ਦੇ ਜ਼ਹਿਰ ਤੋਂ ਜਾਨਵਰਾਂ ਨੂੰ ਬਚਾਉਣ ਵਾਸਤੇ ਸਭ ਤੋਂ ਬਿਹਤਰੀਨ ਜਿਹੜਾ ਹੈ ਉਹ ਸਫਾਈ ਹੈ। ਤੁਸੀਂ ਆਪਣੇ ਸ਼ੈੱਡ ਦੀ ਆਪਣੇ ਫਾਰਮ ਦੀ ਸਫਾਈ 'ਤੇ ਖਾਸ ਤਵੱਜੋ ਦਿੱਤੀ ਕਰੋ। ਜਗ੍ਹਾ ਸਾਫ਼ ਹੋਵੇ, ਥੱਲੇ ਚਿੱਕੜ ਨਾ ਹੋਵੇ ਅਤੇ ਨਮੀ ਨਾ ਹੋਵੇ ਜ਼ਿਆਦਾ, ਅਤੇ ਛਾਂ ਦਾ ਪਾਣੀ ਦਾ ਇਹ ਬੰਦੋਬਸਤ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਜਾਨਵਰ ਬਿਲਕੁਲ ਰਿਲੈਕਸ ਮਹਿਸੂਸ ਕਰੇ, ਸਟਰੈਸ ਦੇ ਵਿੱਚ ਦਬਾਅ ਦੇ ਵਿੱਚ ਨਾ ਆਵੇ। ਸਫਾਈ ਜਿਹੜੀ ਹੈ ਉਹ ਅਵਲੀਨ ਤਰਜੀਹ 'ਤੇ ਰੱਖਣੀ ਹੈ। ਪਾਣੀ ਦੀ ਫਰਾਹਮੀ ਹੋਣੀ ਚਾਹੀਦੀ ਹੈ ਅਤੇ ਇਹ ਵੇਖ ਲੈਣਾ ਚਾਹੀਦਾ ਹੈ ਕਿ ਤੁਹਾਡਾ ਪਾਣੀ ਖ਼ਰਾਬ ਤਾਂ ਨਹੀਂ ਹੈ ਜਾਂ ਉਹਦੇ 'ਚ ਫੰਗਸ ਤਾਂ ਨਹੀਂ ਆ ਰਹੀ ਜਾਂ ਉੱਲੀ ਤਾਂ ਨਹੀਂ ਲੱਗੀ ਹੋਈ। ਅਗਰ ਕੋਈ ਇਹੋ ਜਿਹਾ ਮਸਲਾ ਹੁੰਦਾ ਹੈ ਤਾਂ ਤੁਸੀਂ ਆਪਣੇ ਪਾਣੀ ਦੀ ਜਿਹੜਾ ਲੈਬਾਰਟਰੀ ਹੈ ਉਹ ਲਾਜ਼ਮੀ ਕਰਵਾ ਲੈਣੀ ਚਾਹੀਦੀ ਹੈ। ਤੇ ਦੋਸਤੋ ਇਹ ਹਾਂ ਅੱਜ ਦਾ ਟੌਪਿਕ ਜੀ। ਉਮੀਦ ਕਰਦਾ ਬੇਲੀਆਂ ਨੂੰ ਪਸੰਦ ਆਇਆ ਹੋਸੀ। ਵੀਡੀਓ ਚੰਗੀ ਲੱਗੇ ਤਾਂ ਅਗਲੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰ ਦਿਵਾਏ ਅਤੇ ਕਮੈਂਟ ਕਰਕੇ ਲਾਜ਼ਮੀ ਦੱਸਿਆ ਕਰੋ ਵੀ ਤੁਹਾਨੂੰ ਇਹ ਵੀਡੀਓਜ਼ ਕਿਵੇਂ ਲੱਗਦੀਆਂ ਹਨ, ਤੁਹਾਡੀ ਮਾਲੂਮਾਤ ਵਿੱਚ ਕੋਈ ਇਜ਼ਾਫਾ ਹੁੰਦਾ ਹੈ ਜਾਂ ਸਾਰੇ ਦੋਸਤਾਂ ਨੂੰ ਦਰਖਾਸਤ ਹੈ ਕਿ ਮੇਰਾ YouTube ਚੈਨਲ ਪਾਕਿਸਤਾਨ ਵਿਲੇਜ ਲਾਈਫ ਅਬਾਸ ਸਿਲਾ ਇਹਨੂੰ ਸਬਸਕ੍ਰਾਈਬ ਕਰ ਦਿਓ। ਅੱਲਾ ਹਾਫਿਜ਼, ਆਪਣਾ ਖਿਆਲ ਰੱਖੇ।